ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਕੱਲ 16 ਸਾਹਿਬ ਦੀ ਸੰਪੂਰਨ ਸੰਥਿਆ ਜੋ ਹੈ ਵਿਚਾਰ ਸਹਿਤ ਸੰਪੂਰਨ ਹੋਈ ਹੈ। ਅੱਜ ਆਪਾਂ ਰਲ ਕੇ ਸਾਰਿਆਂ ਨੇ 16 ਸਾਹਿਬ ਜੀ ਦੀ ਪਾਵਨ ਬਾਣੀ ਦਾ ਸੰਪੂਰਨ ਪਾਠ ਕਰਨਾ ਹੈ ਜੀ। ਆਓ ਸਾਰੇ ਸਤਿਗੁਰ ਪਾਤਸ਼ਾਹ ਜੀ ਦੀਆਂ ਅਸੀਸਾਂ ਪ੍ਰਾਪਤ ਕਰਦੇ ਹੋਏ ਇਸ ਪਾਵਨ ਬਾਣੀ ਦਾ ਪਾਠ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ। ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ। ਸਿਵਰਿਹੁ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਓਮ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ। ਰਹਾਉ ਨਿਤ ਨਿਤ ਜਿਉੜੇ ਸੰਭਾਲੀਆਂ। ਦੇਖੇਗਾ ਦੇਵਨਹਾਰ ਤੇਰੇ ਦਾਨ ਕੀਮਤ ਨਾ ਪਵੈ। ਤਿਸ ਦਾਤੇ ਕਵਣ ਸ਼ੁਮਾਰ ਸੰਬਤ ਸਾਹ ਲਿਖਿਆ। ਮਿਲ ਕਰ ਪਾਵੋ ਤੇਲ ਦੇ ਸੱਜਣ ਅਸੀਸੜੀਆਂ। ਜੋ ਹੋਵੇ ਸਾਹਿਬ ਸਿਉ ਮੇਲ ਘਰ ਘਰ ਇਹੋ ਪਾਹੁਚਾ। ਸੱਦੜੇ ਨਿਤ ਪਵਨ ਸੱਦਣ ਹਾਰਾ ਸਿਮਰਿਐ। ਨਾਨਕ ਸੇਦੇ ਆਵਨ ਨਾਨਕ ਸੇਦੇ ਆਵਨ। ਰਾਗ ਆਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼। ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਘਰ ਕਰਤੇ ਕੀਰਤ ਹੋਏ। ਸੋ ਘਰ ਰਾਖ ਵਡਾਈ ਤੋਏ। ਰਹਾਉ
ਵਿਸਵੇ ਚਸਿਆਂ ਘੜੀਆਂ ਪਹਿਰਾਂ, ਥਿਤੀ ਵਾਰੀ ਮਾਹੁਆ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ। ਗगन में थाल गगन में थाल, रब चंद दीपक बने। तारका मंडल जनक मोती, धूप मलयान लो। पवन चवरो करे, सगल बन राय फुलंत ज्योति। कैसी आरती होए, भव खंडना तेरी आरती। अनहता शब्द वाजंत भेरी, रहाओ सहस तव नैन। नन नैन है तोहे को, सहस मूरत नना एक तोही। सहस पद बिमल, नन एक पद गंध बिन। सहस तव गंध, इव चलत मोही। सब मह जोत, जोत है सोए। तिस दै चानण, सब मह चानण होए। गुर साखी जोत प्रगट होए। जो तिस भावै सो आरती होए। हर चरण कमल मकरंद लोभित मनो। आनंदिनो मोहे आही प्यासा। कृपा जल दे नानक सारंग को। होए जाते तेरे नाय वासा। राग गौड़ी पूर्वी महला चौथा। काम क्रोध नगर बहु भरया। मिल साधु खंडल खंडाहे। पूरब लिखत लिखे गुर पाया। मन हर लिव मंडल मंडाहे। कर साधु अंजलि पुन वड्ढाहे। कर डंडौत पुन वड्ढाहे। रहाओ साकत हर रस साध न जानिया। तिन अंतर हों मैं कंडा है। ज्यों ज्यों चलै चुभै दुख पावैं। जम काल सह सिर डंडा है। हर जन हर हर नाम समाणे। दुख जन्म मरण भव खंडाहे। अविनाशी पुरख पाया परमेश्वर। बहु शोभ खंड ब्रह्मंडा है। हम गरीब मस्कीन प्रभ तेरे। हर राख राख वड वड्डा है।
जन नानक नाम आधार टेक है। जन नानक नाम आधार टेक है। जन नानक नाम आधार टेक है। हर नामे ही सुख मंडा है। राग गौड़ी पूर्वी महला पंजवा। करो बेनंती सुनो मेरे मीता। संत टहल की बेला। इहाँ खाट चलो हर लाहा। आगे बसन सुहेला। औद कटह दिन सरैणारे। मन गुर मिल काज सवारे। रहाओ यह संसार विकार संसे में है। तरियो ब्रह्म ज्ञानी। जिसे जगाए पियावे एह रस। अकथ कथा तिन जानी। जाको आए सोई बिहाजो। हर गुर ते मन बसेरा। निज घर महल पाओ सुख सहजे। बहुर न होए गो फेरा। अंतर जामी पुरख विधाते। शरदा मन की पूरे। नानक दास यह सुख मांगै। मोह कौ कर संतन की तूरे। अंतर जामी पुरख विधाते। शरदा मन की पूरे। नानक दास यह सुख मांगै। मोह कौ कर संतन की तूरे। वाहिगुरु जी का खालसा वाहिगुरु जी की फतेह। पातशाह जी की किरपा दे नाल नितनेम दियां ਸਮੁੱਚੀਆਂ ਬਾਣੀਆਂ ਦੀ ਆਪਾਂ ਰਲ ਮਿਲ ਕਰਕੇ ਵਿਚਾਰ ਕੀਤੀ ਹੈ। ਇਸ ਬਾਣੀ ਦੇ ਅੰਦਰ ਜੋ ਸ਼ਬਦ ਆਇਆ ਹੈ ਰਾਗ ਧਨਾਸਰੀ ਮਹੱਲਾ ਪਹਿਲਾ, ਉਸ ਦੇ ਅੰਦਰ ਅਕਾਲ ਪੁਰਖ ਪਰਮਾਤਮਾ ਦੀ ਜੋ ਆਰਤੀ ਮਨੁੱਖਾਂ ਦੇ ਵੱਲੋਂ ਪੰਡਤਾਂ ਦੇ ਵੱਲੋਂ ਜਗਨਨਾਥਪੁਰੀ ਦੇ ਮੰਦਰ ਦੇ ਵਿੱਚ ਇੱਕ ਮੂਰਤੀ ਨੂੰ ਪਰਮਾਤਮਾ ਬੋਲ ਕੇ ਕੀਤੀ ਜਾ ਰਹੀ ਸੀ। ਹੱਥਾਂ ਦੇ ਵਿੱਚ ਥਾਲ ਫੜ ਕੇ ਉਸ ਦੇ ਵਿੱਚ ਦੀਵੇ ਜਗਾਏ ਹੋਏ ਸਨ, ਫੁੱਲ ਰੱਖੇ ਹੋਏ ਸਨ, ਮੋਤੀ ਰੱਖੇ ਹੋਏ ਸਨ, ਸ਼ੰਖ ਵਜਾ ਰਹੇ ਸਨ, ਘੜਿਆਲ ਵਜਾ ਰਹੇ ਸਨ, ਹੋਰ ਅਨੇਕਾਂ ਤਰ੍ਹਾਂ ਦੇ ਉਦਮ ਕਰ ਰਹੇ ਸਨ। ਉਸ ਕਰਮ ਨੂੰ ਦੇਖ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਸੀ ਕਿ ਅਕਾਲ ਪੁਰਖ ਪਰਮਾਤਮਾ ਕੋਈ ਸਰਗੁਣ ਸਰੂਪ ਦੇ ਵਿੱਚ ਨਹੀਂ ਹੈ। ਉਹ ਨਿਰਆਕਾਰ ਹੈ ਅਤੇ ਨਾ ਉਸਦੀ ਆਪਾਂ ਜਪਜੀ ਸਾਹਿਬ ਦੇ ਅੰਦਰ ਹੀ ਪੜ੍ਹਿਆ ਸੀ ਕਿ ਉਸਦੀ ਥਾਪਣਾ ਵੀ ਨਹੀਂ ਹੋ ਸਕਦੀ। ਥਾਪਿਆ ਨਾ ਜਾਏ ਕੀਤਾ ਨਾ ਹੋਏ। ਇਸ ਲਈ ਕਿਸੇ ਪੱਥਰ ਨੂੰ ਘੜ ਕੇ ਉਸਨੂੰ ਪਰਮਾਤਮਾ ਕਹਿ ਕੇ ਉਸਦੀ ਆਰਤੀ ਕਰਨੀ, ਉਸਦਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਖੰਡਨ ਕੀਤਾ ਸੀ। ਅਤੇ ਆਪਣੇ ਇਹ ਉਪਦੇਸ਼ ਜੋ ਬਾਣੀ ਦੇ ਵਿੱਚ ਹੈ ਇਹ ਸਾਰਿਆਂ ਨੂੰ ਦ੍ਰਿੜ ਕਰਵਾਇਆ ਕਿ ਅਕਾਲ ਪੁਰਖ ਪਰਮਾਤਮਾ ਦੀ ਆਰਤੀ ਸਾਰਾ ਬ੍ਰਹਿਮੰਡ ਕਰ ਰਿਹਾ ਹੈ। ਆਕਾਸ਼ ਰੂਪੀ ਥਾਲ ਦੇ ਵਿੱਚ ਬਨਸਪਤੀ ਰੂਪੀ ਫੁੱਲ ਅਤੇ ਮੱਲਿਆ ਪਰਬਤ ਜਿੱਥੇ ਚੰਦਨ ਦੇ ਦਰਖਤ ਪੈਦਾ ਹੁੰਦੇ ਹਨ,
ਉੱਥੋਂ ਆ ਰਹੀ ਚੰਦਨ ਦੀ ਸੁਗੰਧੀ ਜਿਹੜੀ ਹੈ ਉਹ ਧੂਪ ਦਾ ਕੰਮ ਕਰ ਰਹੀ ਹੈ। ਜਿਹੜੇ ਤਾਰੇ ਹਨ ਉਹ ਮੋਤੀਆਂ ਦਾ ਕੰਮ ਕਰ ਰਹੇ ਹਨ। ਸੂਰਜ ਅਤੇ ਚੰਦਰਮਾ ਦੀਵਿਆਂ ਦਾ ਕੰਮ ਕਰ ਰਹੇ ਹਨ। ਸਾਡੀ ਕੀ ਪਾਇਆ ਹੈ ਕਿ ਅਸੀਂ ਉਸ ਪਰਮਾਤਮਾ ਦੀ ਆਰਤੀ ਕਰ ਸਕੀਏ, ਜਿਸ ਦੀ ਆਰਤੀ ਸਮੁੱਚੀ ਕੁਦਰਤ ਕਰ ਰਹੀ ਹੈ, ਸਮੁੱਚੀ ਸ੍ਰਿਸ਼ਟੀ ਕਰ ਰਹੀ ਹੈ। ਅਤੇ ਕੁਝ ਕੁ ਵੀਰਾਂ ਦੇ ਵੱਲੋਂ ਇਹ ਸਵਾਲ ਆਇਆ ਕਿ ਜੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਚੌਰ ਕਰਨ ਤੋਂ ਮਨਾ ਕੀਤਾ ਅਤੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਚੌਰ ਕਿਉਂ ਕਰ ਰਹੇ ਹਾਂ। ਗੁਰੂ ਨਾਨਕ ਪਾਤਸ਼ਾਹ ਜੀ ਨੇ ਜੋ ਸ਼ਬਦ ਉਚਾਰਿਆ ਹੈ ਉਹ ਅਕਾਲ ਪੁਰਖ ਪਰਮਾਤਮਾ ਦੇ ਬਾਬਤ ਹੈ ਕਿ ਪਰਮਾਤਮਾ ਦੀ ਆਰਤੀ ਅਸੀਂ ਨਹੀਂ ਕਰ ਸਕਦੇ, ਕਿਉਂਕਿ ਉਹ ਸਾਨੂੰ ਦਿਖਾਈ ਹੀ ਨਹੀਂ ਦਿੰਦਾ, ਉਸ ਦਾ ਕੋਈ ਆਕਾਰ ਨਹੀਂ ਹੈ। ਪਰ ਗੁਰੂ ਦਾ ਆਕਾਰ ਹੈ, ਗੁਰੂ ਦਾ ਸਰੀਰ ਵੀ ਹੈ। ਅਸੀਂ ਇਹ ਵੀ ਕਹਿੰਦੇ ਹਾਂ ਕਿ ਗੁਰੂ ਜਾਗਤ ਜੋਤ ਹੈ। ਜੇ ਕੋਈ ਅੰਗ ਫੜਦਾ ਹੈ ਜਾਂ ਮੁੜਦਾ ਹੈ ਤਾਂ ਅਸੀਂ ਕਹਿੰਦੇ ਹਾਂ ਗੁਰੂ ਸਾਹਿਬ ਦੇ ਅੰਗ ਜਿਹੜੇ ਹਨ ਉਹ ਮੁੜ ਗਏ ਹਨ ਜਾਂ ਅੰਗ ਫਟ ਗਿਆ ਹੈ। ਭਾਵ ਅਸੀਂ ਗੁਰੂ ਸਾਹਿਬ ਨੂੰ ਜਾਗਤ ਜੋਤ ਮੰਨਦੇ ਹਾਂ। ਅਸੀਂ ਜੋ ਚੌਰ ਸਾਹਿਬ ਕਰਦੇ ਹਾਂ ਉਹ ਗੁਰੂ ਸਾਹਿਬ ਦੇ ਉੱਤੇ ਕਰਦੇ ਹਾਂ, ਨਾ ਕਿ ਅਕਾਲ ਪੁਰਖ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਿ ਅਸੀਂ ਪਰਮਾਤਮਾ ਨੂੰ ਚੌਰ ਕਰਨਾ ਹੈ। ਇਸ ਲਈ ਜੋ ਚੌਰ ਸਾਹਿਬ ਹੈ ਉਹ ਇੱਕ ਬਾਦਸ਼ਾਹਤ ਦੀ ਨਿਸ਼ਾਨੀ ਵੀ ਹੈ। ਕਿਸੇ ਸਧਾਰਨ ਮਨੁੱਖ ਦੇ ਉੱਤੇ ਚੌਰ ਨਹੀਂ ਝੁੱਲ ਸਕਦਾ। ਚੌਰ ਜੇ ਝੁੱਲਦਾ ਤਾਂ ਬਾਦਸ਼ਾਹਾਂ ਦੇ ਸਿਰ ਦੇ ਉੱਤੇ ਝੁੱਲਦਾ ਸੀ। ਅਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਜਾਗਤ ਜੋਤ ਹਨ, ਬਾਦਸ਼ਾਹ ਹਨ। ਅਸੀਂ ਇਹਨਾਂ ਦੇ ਬਾਬਤ ਅਰਦਾਸ ਦੇ ਵਿੱਚ ਜਾਂ ਬਹੁਤ ਵਾਰ ਵਿਚਾਰ ਕਰਦੇ ਹਾਂ, ਇਹ ਸ਼ਬਦ ਬੋਲਦੇ ਹਾਂ, ਚਵਰ ਸ਼ਵਰ ਤਖਤ ਦੇ ਮਾਲਕ ਪ੍ਰਤੱਖ ਸਤਿਗੁਰੂ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਚਵਰ ਦੇ ਵੀ, ਤਖਤ ਦੇ ਵੀ, ਸ਼ਵਰ ਦੇ ਵੀ ਉੱਪਰ ਚੰਦੂਆ ਸਾਹਿਬ ਲੱਗਾ ਹੋਇਆ, ਉਸ ਦੇ ਮਾਲਕ ਕੇਵਲ ਅਤੇ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਹਨ। ਦੁਨੀਆ ਦਾ ਹੋਰ ਕੋਈ ਧਾਰਮਿਕ ਗ੍ਰੰਥ ਨਹੀਂ ਹੈ ਜਿਸ ਦੇ ਉੱਤੇ ਚੌਰ ਸਾਹਿਬ ਹੁੰਦਾ ਹੋਵੇ। ਕੋਈ ਧਾਰਮਿਕ ਦੂਸਰਾ ਐਸਾ ਗ੍ਰੰਥ ਨਹੀਂ ਹੈ ਜਿਸ ਦੇ ਉੱਤੇ ਚੰਦੂਆ ਸਾਹਿਬ ਲੱਗਾ ਹੋਵੇ ਜਾਂ ਜਿਸ ਨੂੰ ਤਖਤ ਦਾ ਮਾਲਕ ਕਿਹਾ ਜਾਂਦਾ ਹੋਵੇ। ਗੁਰੂ ਗ੍ਰੰਥ ਸਾਹਿਬ ਜੀ ਨੂੰ ਇਹ ਵਡਿਆਈ ਇਸ ਕਰਕੇ ਨਹੀਂ ਮਿਲੀ ਕਿ ਇਹ ਸਿੱਖਾਂ ਦਾ ਗੁਰੂ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਇਹ ਵਡਿਆਈ ਇਸ ਕਰਕੇ ਹੈ, ਜਿੰਨੇ ਵੀ ਧਾਰਮਿਕ ਗ੍ਰੰਥ ਹਨ ਉਹ ਸਾਰੇ ਉਹਨਾਂ ਦੇ ਧਾਰਮਿਕ ਰਹਿਬਰਾਂ ਦੇ ਜਾਣ ਤੋਂ ਬਾਅਦ ਦੇ ਵਿੱਚ ਲਿਖੇ ਗਏ ਹਨ। ਜਿਹੜੀ ਗੀਤਾ ਹੈ ਉਹ ਬਹੁਤ ਸਮਾਂ ਰਾਮ ਜੀ ਦੇ ਜਾਣ ਤੋਂ ਬਾਅਦ ਲਿਖੀ ਗਈ ਹੈ। ਰਮਾਇਣ ਵੀ ਬਹੁਤ ਸਮਾਂ ਬਾਅਦ ਦੇ ਵਿੱਚ ਜਾ ਕੇ ਭਗਤਾਂ ਨੇ ਲਿਖੀ ਹੈ, ਔਰ ਰਮਾਇਣ ਇੱਕ ਤਰ੍ਹਾਂ ਦੀ ਵੀ ਨਹੀਂ ਹੈ। ਵਾਲਮੀਕੀ ਰਮਾਇਣ ਵੀ ਹੈ, ਅਸ਼ਟਾਵਕਰ ਵਾਲੀ ਰਮਾਇਣ ਵੀ ਹੈ, ਹੋਰ ਵੀ ਬਹੁਤੇ ਰਿਸ਼ੀਆਂ ਮੁਨੀਆਂ ਨੇ ਰਮਾਇਣ ਲਿਖੀ ਹੈ। ਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦੇ ਵਿੱਚ 35 ਮਹਾਂਪੁਰਖਾਂ ਦੀ ਬਾਣੀ ਦਰਜ ਹੈ, ਪਰ ਲਿਖੀ ਇੱਕੋ ਵਾਰੀ ਗਈ ਹੈ। ਉਸ ਤੋਂ ਬਾਅਦ ਕਦੇ ਇਸ ਦੇ ਵਿੱਚ ਕੋਈ ਤਬਦੀਲੀ ਨਹੀਂ ਹੋਈ। ਜਦੋਂ ਦਾ ਸੰਨ 1708 ਤੋਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਕੇ ਗਏ ਹਨ, ਉਸ ਤੋਂ ਬਾਅਦ ਕੋਈ ਵੀ ਇਸ ਦੇ ਵਿੱਚ ਬਦਲਾਵ ਨਹੀਂ ਹੋਇਆ। ਪਰ ਜੇ ਤੁਸੀਂ ਬਾਕੀ ਧਰਮਾਂ ਦੇ ਗ੍ਰੰਥਾਂ ਦੇ ਵਿੱਚ ਦੇਖੋਗੇ, ਗੀਤਾ ਦੇ ਵਿੱਚ, ਰਮਾਇਣ ਦੇ ਵਿੱਚ ਬਹੁਤ ਵਾਰ ਬਦਲਾਅ ਹੋ ਚੁੱਕੇ ਹਨ। ਜਿਹੜੀ ਬਾਈਬਲ ਹੈ ਉਸ ਦੇ ਵਿੱਚ 8 ਤੋਂ ਵੱਧ ਵਾਰ ਉਸ ਦਾ ਸਰੂਪ ਉਹ ਚੇਂਜ ਕਰ ਚੁੱਕੇ ਹਨ, ਬਦਲ ਚੁੱਕੇ ਹਨ। ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਉਸ ਦੇ ਵਿੱਚੋਂ ਕੱਟ ਦਿੱਤੀਆਂ ਹਨ। ਬਾਈਬਲ ਦੇ ਵਿੱਚ ਪਹਿਲਾਂ ਇਸਤਰੀ ਜਾਤੀ ਨੂੰ ਬਹੁਤ ਮਾੜਾ ਲਿਖਿਆ ਗਿਆ ਸੀ, ਪਰ ਉਹਨਾਂ ਨੇ ਵਿਚਾਰ ਕਰਕੇ ਉਸ ਅਧਿਆਇ ਨੂੰ ਕੱਟਿਆ ਹੈ। ਕਿਉਂਕਿ ਉਹ ਉਹਨਾਂ ਦੇ ਗੁਰੂ ਦੀ ਬਾਣੀ ਨਹੀਂ ਸੀ, ਉਹ ਉਹਨਾਂ ਦੇ ਭਗਤਾਂ ਜਾਂ ਸੇਵਕਾਂ ਦੁਆਰਾ ਲਿਖੀ ਗਈ ਸੀ। ਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਇਹ ਵਿਲੱਖਣਤਾ ਹੈ ਕਿ ਇਸ ਦੇ ਵਿੱਚ ਜੋ 1810-20 ਤੱਕ ਸੰਨ 1708 ਤੱਕ ਲਿਖਿਆ ਗਿਆ ਸੀ ਉਹ ਅੱਜ ਵੀ ਉਸੇ ਤਰ੍ਹਾਂ ਹੀ ਸਾਡੇ ਕੋਲ ਮੌਜੂਦ ਹੈ। ਅਤੇ ਜੁਗੋ ਜੁਗ ਅਟਲ, ਜਦੋਂ ਤੱਕ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਇਸ ਸੰਸਾਰ ਅੰਦਰ ਹਨ, ਇਹ ਸ੍ਰਿਸ਼ਟੀ ਹੈ, ਜੁਗੋ ਜੁਗ ਅਟਲ ਹਨ। ਇਸ ਬਾਣੀ ਦੇ ਅੰਦਰ ਕੋਈ ਵੀ ਰਲਾ ਜਿਹੜਾ ਹੈ ਉਹ ਨਹੀਂ ਪਾਇਆ ਜਾ ਸਕਦਾ, ਬਦਲਾਅ ਨਹੀਂ ਹੋ ਸਕਦਾ। ਇਸ ਲਈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਉੱਤੇ ਚੰਦੂਆ ਸਾਹਿਬ ਵੀ ਲੱਗਦਾ ਹੈ, ਇਹਨਾਂ ਨੂੰ ਤਖਤ ਦੇ ਮਾਲਕ ਵੀ ਕਿਹਾ ਜਾਂਦਾ ਹੈ, ਅਤੇ ਇਹਨਾਂ ਦੇ ਉੱਤੇ ਚੌਰ ਸਾਹਿਬ ਵੀ ਝੁਲਾਇਆ ਜਾਂਦਾ ਹੈ।
सो सतगुरु पातशाह जी किरपा रहमत करन साडे सारिਆਂ ਦੇ ਉੱਤੇ कि साडे मन अंदर ये भावना जागत जोत वाली गुरु उपदेश कमाउण वाली बने तो असीं जो रल मिल करके ये जतन कर रहे हाँ ये जतन साडे हिरदे दे अंदर आवे साडे कर्मां दे अंदर आवे तो असीं गुरु पातशाह जी दियां ते अकाल पुरख परमात्मा दियां असीसां रहमतां दे पात्र बणीए जी। सतगुरु जी किरपा करनगे। कल तो अरदास जो असीं निता प्रति करते हाँ उसकी विचार रल मिल करके आरंभ करांगे जी। आओ हुण इत्थे ही समाप्ति है जी। वाहिगुरू जी का खालसा वाहिगुरू जी की फतेह।